आज मोर्चे को लगे हुए 308 दिन हो गए और जो खनौरी बॉर्डर पर अमर अनशन चल रहा है उनको जो है 20 दिन हो चुके हैं। और जो ये चर्चा चल रही थी कि आप जितनी भी यूनियन सभी दिल्ली आंदोलन 2 में शामिल नहीं हो सकी, उसके लिए क्या प्रयास किया जा रहा है। और हमने अपने जो भी भाई इस आंदोलन से दिल्ली आंदोलन 2 में शामिल नहीं हो सके उनकी ओर हाथ बढ़ाया है कि जो भी मतभेद हैं उन्हें भूलकर किसान मजदूर के हित में जो इस समय खेती सेक्टर पे ऊपर कारपोरेट का हमला है उसको देखते हुए कृषि क्षेत्र को और कृषि क्षेत्र की जो उपज की मंडी है उसे किस तरह से बचाया जाए, इसके लिए हमने अपने भाइयों की ओर ये चिट्ठी लिखी है। और ये सभी नेताओं को हम व्हाट्सएप भी कर रहे हैं। हमने पहले भी ये आंदोलन शुरू करने से पहले प्रयास किया था। कुछ लीडर छूटे होंगे, केएमएम की टीम और उससे पहले हमारी यूनियन किसान मजदूर संघर्ष कमेटी और भी बहुत सारे साथी निजी तौर पर जाके सभी लीडरों से मिले थे, प्रयास किया था। उस समय हमारे प्रयास सफल नहीं हो सके, इसलिए प्रेस को हम चिट्ठी भी रिलीज कर देंगे। ये चिट्ठी हमने अपने भाइयों की ओर भेजी है। ये अगर हम अपने भाइयों की ओर हाथ बढ़ा रहे हैं इससे हमारा कुछ कम भी नहीं हो जाता। हम लोग निजी तौर पर तो हमें कोई समस्या नहीं है, लेकिन किसान मजदूर के हित में अगर अपने भाइयों की ओर हाथ बढ़ाने से किसान मजदूर का भला हो जाए तो ये हम अपने लिए अच्छा समझेंगे, बढ़िया समझेंगे। हमारा कोई भी किसी से बातचीत करने का, किसी से राब्ता करके आंदोलन को बड़ा करने में कोई भी अनक का सवाल नहीं है। हमारे मन में किसी किस्म की हौमे नहीं है। हम समझते हैं स्टेट कितना बड़ा है और किस तरह से वो हमलावर हो रहा है, इसलिए ये हमने कार्य किया है। और हम उनकी ओर से अच्छे संदेश की आशा रखेंगे। कल एक किसान ने मोर्चे के ऊपर खुदकुशी करने की कोशिश की और मैं इसके बीच ही खुद रुकूंगा और फूल साहब को बोलने के लिए कहूंगा। क्योंकि फूल साहब वहां उनसे पूछ रहे थे आपने ऐसा क्यों किया, पंजाबी में वो बताएंगे। जो उन्होंने कहा फूल साहब ये बात रखेंगे। देखो सारे मीडिया कर्मचारी साथियों, मैं जो हो किसान ने कल सल्फास निकलिया, मैं सारा समा ਜਦੋਂ ਉਹਨੂੰ ਐਡਮਿਟ ਕੀਤਾ ਪਹਿਲਾਂ ਸਰਕਾਰੀ ਹਸਪਤਾਲ ਰਾਜਪੁਰੇ 'ਚ, ਉਸ ਤੋਂ ਬਾਅਦ ਲਗਭਗ 4:30 ਵਜੇ ਰਜਿੰਦਰਾ ਸਰਕਾਰੀ ਹਸਪਤਾਲ ਪਟਿਆਲੇ ਦੇ ਵਿੱਚ ਐਡਮਿਟ ਕੀਤਾ। 4:30 ਵਜੇ ਤੋਂ ਲੈ ਕੇ ਮੈਂ 8:30 ਵਜੇ ਤੱਕ 4 ਘੰਟੇ ਉਹਦੇ ਨਾਲ ਰਿਹਾ। ਮੈਂ ਉਹਦੀ ਸਾਰੀ ਉਹਦੀ ਗੱਲਬਾਤ ਪੁੱਛਿਆ, ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ, ਪਰ ਲੰਬੀ ਹੋਣ ਕਰਕੇ ਮੈਂ ਥੋੜੇ ਜਿਹੇ ਉਹਦੇ ਪਾਰਟ ਕਰਨੇ ਆ। ਉਹਨੇ ਜੋ ਕਿਹਾ ਮੈਂ ਉਹਨੂੰ ਪੁੱਛਿਆ
ਵੀ ਤੂੰ ਕਿਉਂ ਕੀਤਾ ਐਡਾ ਵੱਡਾ ਸਟੈਪ, ਤੂੰ ਕਿਉਂ ਲਿਆ। ਪਹਿਲਾਂ ਚਲੋ ਸਾਨੂੰ ਐ ਸੀਗਾ ਵੀ ਹੋ ਸਕਦਾ ਬੰਦਾ ਕਹਿ ਦਿੰਦਾ ਨਾ ਹੋਵੇ, ਪਰ ਉਦੋਂ ਤੱਕਰ ਜਿਹੜਾ ਉਹਦੇ ਅੰਦਰੋਂ ਫਲੂਇਡ ਲਿਆ ਸੀਗਾ ਪਾਈਪ ਪਾ ਕੇ, ਉਹਦੇ ਵਿੱਚ ਵੀ ਕਨਫਰਮ ਹੋ ਗਿਆ ਸੀ। ਸੋ ਇਹਦਾ ਮਤਲਬ ਕੋਈ ਰੌਲਾ ਨਹੀਂ ਸੀਗਾ ਵੀ ਸਲਫਾਸ ਨਿਕਲੀ ਹੈ। ਫਿਰ ਮੈਂ ਕਿਹਾ ਵੀ ਤੁਸੀਂ ਕਿਉਂ ਕੀਤਾ। ਉਹਨੇ ਬਿਲਕੁਲ ਕਲੀਅਰ ਕੱਟ ਇੱਕੋ ਮਨ ਦੇ ਨਾਲ ਮੇਰੇ ਕੋਲੇ ਵੀ ਉਹੀ ਸਟੇਟਮੈਂਟ ਦਿੱਤੀ ਹੈ, ਲਗਭਗ ਘੰਟੇ ਦੀ ਸਟੇਟਮੈਂਟ ਹੋਣੀ, ਰਿਕਾਰਡਿੰਗ ਹੈ। ਮੀਡੀਆ ਕਰਮਚਾਰੀਆਂ ਨੇ ਆਪਣੇ ਇੰਡੀਪੈਂਡੈਂਟ ਵੀ ਉਹ ਤੋਂ ਲਈ ਹੈ, ਸੇਮ ਹੈ। ਉਹਦੇ ਚ ਉਹਨੇ ਕਿਹਾ ਵੀ ਮੈਂ ਕੋਈ ਪਹਿਲੀ ਵਾਰ ਨਹੀਂ ਆਇਆ ਅੰਦੋਲਨ ਦੇ ਵਿੱਚ, ਮੈਂ ਪਹਿਲਾਂ ਦਿੱਲੀ ਅੰਦੋਲਨ ਦੇ ਵਿੱਚ ਵੀ 1 ਸਾਲ ਪਰ ਪਾਰਕਰ ਮਾਲ ਕੋਲੇ ਜੋ ਲੰਗਰ ਸੀ ਉਹਦੇ ਵਿੱਚ ਸੇਵਾ ਕੀਤੀ ਹੈ। ਜਦੋਂ ਤੋਂ ਆਹ 13 ਫਰਵਰੀ ਵਾਲਾ ਅੰਦੋਲਨ ਸ਼ੁਰੂ ਹੋਇਆ ਸ਼ੰਭੂ ਖਨੌਰੀ ਬਾਰਡਰ ਤੇ, ਉਦੋਂ ਤੋਂ ਮੈਂ ਇੱਥੇ ਹੇਠਾਂ ਜਿੱਥੇ ਭੰਗੂ ਵਾਲਿਆਂ ਦਾ ਲੰਗਰ ਹੈਗਾ, ਰੋਪੜ ਵਾਲਿਆਂ ਦਾ ਕਹਿ ਦਿੰਦੇ, ਉੱਥੇ ਉਹ ਲਗਾਤਾਰ ਸੇਵਾ ਕਰਦਾ ਰਿਹਾ। ਪਰ ਕਹਿੰਦਾ ਵੀ ਮੈਂ ਜਦੋਂ ਤੋਂ ਆਹ ਹੁਣ ਦੁਬਾਰੇ ਆਪਣਾ ਮੋਰਚਾ ਸ਼ੁਰੂ ਹੋਇਆ, ਉਧਰੋਂ 26 ਨਵੰਬਰ ਵਾਲਾ ਮਰਨ ਵਰਤ ਵਾਲਾ, ਇੱਧਰ ਮਰਜੀਵੜਿਆਂ ਦੇ ਜਥੇ ਭੇਜਣ ਵਾਲਾ, ਕਹਿੰਦਾ ਜਿਹੜੇ 8 ਤਰੀਕ ਨੂੰ ਨੇ ਕੈਟਾਗਰੀਕਲੀ ਕਿਹਾ, ਜਿੱਦਾਂ ਉਹ ਜਥਾ ਗਿਆ ਤੇ ਮੈਂ ਉਹ ਐਂਬੂਲੈਂਸਾਂ ਹੂਟਰ ਮਾਰਦੀਆਂ ਆ ਰਹੀਆਂ ਸੀ, ਮੈਂ ਬੀਬੀਆਂ ਨੂੰ ਦੇਖਿਆ ਰੋਂਦੀਆਂ ਨੂੰ। ਕਹਿੰਦਾ ਵੀ ਮੈਂ ਉਦੋਂ ਤੱਕ ਡਲਿਆਲ ਸਾਹਿਬ ਦੀ ਵੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ। ਮੈਂ ਕਹਿੰਦਾ ਵੀ ਉਦੋਂ ਹੀ ਫੈਸਲਾ ਕਰ ਲਿਆ ਸੀ 8 ਤਰੀਕ ਨੂੰ ਵੀ ਮੈਂ ਅਗਲਾ ਜਿੱਦਾਂ ਜਥਾ ਜਾਊਗਾ 14 ਤਰੀਕ ਨੂੰ, ਉਹਦੇ ਵਿੱਚ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਆਪਣੀ ਸਲਫਾਸ ਨਿਗਲ ਕੇ ਉਹਨਾਂ ਨੂੰ ਕਹੂੰਗਾ, ਉਹਨਾਂ ਦੇ ਮੈਂ ਸਿਰ ਚੜ੍ਹ ਕੇ ਮਰੂੰਗਾ। ਮੈਂ ਡਿਸੀਜਨ ਕਰ ਲਿਆ ਸੀ। ਮੈਂ ਉਹ ਸਲਫਾਸ ਵੀ ਲੈ ਲਈ ਸੀ, ਮੇਰੀ ਜੇਬ 'ਚ ਸੀਗੀ 14 ਤਰੀਕ ਨੂੰ। ਪਰ ਮੈਂ ਇੱਥੇ ਸਟੇਜ ਕੋਲੇ ਆ ਗਿਆ, ਗਾਹਾਂ ਮੈਨੂੰ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ। ਤੇ ਫਿਰ ਮੈਂ ਜਿਹੜਾ ਹੈਗਾ ਉੱਥੇ ਲਗਭਗ ਉਹਨੇ ਦੱਸਿਆ ਵੀ ਜਦੋਂ ਪਹਿਲਾ ਗੋਲਾ ਕੱਲ ਦਾਗਿਆ ਗਿਆ, ਉਹਨੇ ਜੋ ਟਾਈਮ ਦੱਸਿਆ, ਜੋ ਸਾਡੇ ਕੋਲੇ ਟਾਈਮ ਨੋਟ ਹੈ, ਉਹ 12:40-45 ਦੇ ਵਿੱਚ ਹੈਗਾ। ਉਸ ਟਾਈਮ ਤੇ ਕਹਿੰਦਾ ਵੀ ਮੈਂ ਉਹ ਗੋਲੀ ਨਿਕਲੀ ਹੈ। ਉਸ ਤੋਂ ਬਾਅਦ ਮੈਨੂੰ ਮੈਂ ਦੱਸਿਆ ਵੀ ਨਹੀਂ ਕਿਸੇ ਨੂੰ। ਥੋੜੇ ਚਿਰ ਬਾਅਦ ਮੈਨੂੰ ਮਤਲਬ ਮੈਂ ਇਹ ਵੀ ਦੱਸਦਾ ਵੀ ਮੈਂ ਚਿੱਠੀ ਵੀ ਲਿਖੀ ਹੈ, ਜੋ ਆਪਣੇ ਪੰਧੇਰ ਸਾਹਿਬ ਨੇ ਇੱਥੇ ਦਿਖਾਉਣਗੇ, ਉਹ ਵੀ ਮੈਂ ਪੰਧੇਰ ਸਾਹਿਬ ਕੋਲੇ ਚਿੱਠੀ ਵੀ ਭੇਜਤੀ। ਤੇ ਉਸ ਤੋਂ ਬਾਅਦ ਮੈਨੂੰ ਐਂਬੂਲੈਂਸ ਦੇ ਵਿੱਚ ਲਏ। ਇਹ ਤਾਂ ਚਲੋ ਉਹਨੇ ਇੱਥੋਂ ਤੱਕ ਸੀ। ਉਸ ਤੋਂ ਗਾਹਾਂ ਉਹਨੇ ਦੇ ਸਾਰੀ ਦੱਸਿਆ ਵੀ ਮੈਂ ਕੁੱਲ ਮਿਲਾ ਕੇ ਜੇ ਕਹਿਣਾ ਹੋਵੇ, ਮੈਂ ਜਿਹੜਾ ਸਰਕਾਰ ਦਾ ਜੋ ਜ਼ੁਲਮ ਹੈ, ਜਾਂ ਉਧਰ ਆਪਣੇ ਤਿਲ ਕਰਕੇ ਡਲਿਆਲ ਸਾਹਿਬ ਮਰ ਰਹੇ ਨੇ, ਇੱਧਰ ਮੈਂ ਰੋਜ਼ ਫੱਟੜ ਹੁੰਦਿਆਂ ਨੂੰ ਦੇਖ ਰਿਹਾ। ਮੈਥੋਂ ਇਹ ਸਹਾਰਿਆ ਨਹੀਂ ਗਿਆ, ਮੈਥੋਂ ਬਰਦਾਸ਼ਤ ਨਹੀਂ ਹੋਇਆ। ਮੇਰੀ ਕਮਜ਼ੋਰੀ ਸਮਝ ਲਓ, ਕੁਝ ਸਮਝ ਲਓ। ਅਗਲੀ ਗੱਲ ਉਹਨੇ ਮੈਨੂੰ ਕਿਹਾ ਵੀ ਫੂਲ ਸਾਹਿਬ, ਮੈਂ ਤੁਹਾਨੂੰ ਦਿੱਲੀ ਵਾਲੇ ਅੰਦੋਲਨ ਵੇਲੇ ਤੋਂ ਜਾਣਦਾ, ਹੁਣ ਵੀ ਤੁਸੀਂ ਮੇਰੇ ਨਾਲ ਹੀ ਹੈ। ਮੇਰੀ ਬੇਨਤੀ ਹੈ ਵੀ ਤੁਸੀਂ ਮੈਨੂੰ ਬਚਾਓ ਨੇ। ਮੈਂ ਆਪਣੀ ਜ਼ਿੰਦਗੀ ਲਾਉਣੀ ਸੀਗੀ ਇਹਨਾਂ ਦੇ ਸਿਰ ਚੜ੍ਹ ਕੇ ਮੋਦੀ ਦੇ, ਉਹ ਮੈਂ ਲਾਤੀ। ਮੈਂ ਸਾਰਾ ਕੁਝ ਲਿਖਤਾ, ਮੈਂ ਮੀਡੀਆ ਨੂੰ ਵੀ ਬਿਆਨ ਦਿੱਤਾ, ਕਿਰਪਾ ਕਰਕੇ ਮੈਨੂੰ ਬਚਾਓ ਨਾ। ਪਰ ਉਸ ਡਾਕਟਰਾਂ ਦੀ ਰਿਪੋਰਟ ਇਹ ਹੈਗੀ ਹੈ ਵੀ ਉਹ ਰੇਅਰ ਕੇਸ ਹੀ ਹੁੰਦਾ, 100 ਚੋਂ ਕੋਈ 0.5% ਸਲਫਾਸ ਵਾਲਾ ਬਚ ਜੇ, ਨਹੀਂ ਉਹਨੇ ਉਹਦਾ ਐਂਡ ਰਿਜ਼ਲਟ ਹੈ ਉਹ ਕਲੀਅਰ ਹੈ ਵੀ ਉਹ 72 ਘੰਟੇ ਦੇ ਵਿੱਚ ਉਹਨੇ ਖਤਮ ਹੋ ਜਾਣਾ। ਠੀਕ ਹੈ ਜੀ। ਇੱਕ ਤਾਂ ਇਹ ਪੱਖ ਹੈ, ਇੱਕ ਉਹਨਾਂ ਦਾ ਹੱਲ 50 ਰੁਪਏ ਦਾ ਸਟਾਮ ਆ, ਕੋਈ ਉਹਨਾਂ ਦੇ ਸਾਈਨ ਹੋਏ ਆ, ਕੋਈ ਸਰਕਾਰੀ ਬੋਰਡ ਤਾਂ ਨਹੀਂ ਹੈਗੀ ਸਾਤੋਂ। ਇੱਕ ਉਹ ਮੈਨੂੰ ਮਿਲਿਆ ਜਿਹਦੇ ਵਿੱਚ ਉਹ ਲਿਖਦਾ, ਉਹਨੇ ਪਤਾ ਦੱਸਿਆ ਹੋਇਆ, ਰਣਜੋਤ ਸਿੰਘ ਉਹਦੇ ਸਾਈਨ ਆ। ਉਹਦਾ ਪਿੰਡ ਹੈਗਾ ਰਤਨ ਹੇੜੀ, ਖੰਨਾ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ। ਉਹ 'ਚ ਲਿਖਿਆ ਹੋਇਆ। ਉਹ ਵਿੱਚ ਇਹ ਵੀ ਲਿਖਦਾ ਵੀ ਮੈਂ ਗਾਇਕ ਬੱਬੂ ਮਾਨ ਦਾ ਫੈਨ ਆ। ਇਸ ਧਰਨੇ ਦਾ ਸਮਰਥਨ ਹੈ ਜਿਹੜੀ ਲਾਈਨ ਵਿੱਚ ਲਿਖੀ ਹੋਈ ਆ। ਠੀਕ ਹੈ ਜੀ। ਇਹ ਵੀ ਲਿਖਦਾ ਵੀ ਦਿੱਲੀ ਅੰਦੋਲਨ 2 ਦੇ ਵਿੱਚ ਉਹਨੇ ਪਹਿਲੇ 'ਚ ਵੀ ਬਹੁਤ ਸੇਵਾ ਕੀਤੀ, ਤੇ ਹੁਣ ਵੀ ਜਦੋਂ ਤੱਕ ਅੰਦੋਲਨ ਚੱਲੂਗਾ ਮੈਂ ਸੇਵਾ ਕਰੂੰਗਾ। ਇਹ 7 ਦਾ ਹਲਫਨਾਮਾ, 7/4 ਦਾ ਕਿਡਨੀ ਵਾਲੀ। ਠੀਕ ਆ। ਔਰ ਇਹਦੇ ਵਿੱਚ ਇਹ ਵੀ ਲਿਖਿਆ ਵੀ ਕੋਈ ਵੀ ਅੰਗ ਧਰਨੇ 'ਚ ਚਾਹੀਦਾ ਹੋਵੇ ਕਿਸੇ ਬੰਦੇ ਨੂੰ, ਤਾਂ ਮੈਂ ਅੰਗ ਦੇਣ ਨੂੰ ਵੀ ਤਿਆਰ ਹੈਗਾ। ਇਹ ਗੱਲਾਂ ਉਹਨੇ ਇਹ ਹਲਫਨਾਮੇ 'ਚ ਲਿਖੀਆਂ ਹੋਈਆਂ। ਔਰ ਜੋ ਫੂਲ ਸਾਹਿਬ ਨੇ ਕਿਹਾ, ਇਹੀ ਇੱਕ ਹੱਥ ਲਿਖਤ ਕਿਸੇ ਦੀ ਮਿਲੀ ਆ ਸਾਨੂੰ। ਠੀਕ ਹੈ ਜੀ। ਉਹਦੀ ਪੜਤਾਲ ਵੀ ਕਰ ਰਹੇ, ਉਹਦੇ ਵਿੱਚ ਵੀ ਇਹੀ ਗੱਲਾਂ ਨੇ। ਠੀਕ ਹੈ। ਉਧਰ ਬਾਪੂ ਜੀ ਲਿਖਿਆ ਹੋਇਆ ਡਲਿਆਲ ਨੂੰ, ਇੱਧਰ ਵਾਲਾ ਜਬਰ ਲਿਖਿਆ ਹੋਇਆ ਵਾ, ਉਹਦੇ 'ਚੋਂ ਗੱਲਾਂ ਕਰਕੇ ਉਹ ਇਹਦੇ 'ਚ ਖੁਦਕੁਸ਼ੀ ਕਰ ਗਿਆ ਹੈਗਾ ਵਾ। ਚਲੋ, ਇਹਦੇ ਨਾਲ ਦੀ ਨਾਲ ਪਰਲੀ ਸਾਈਡ ਤੇ ਡੀਜੀਪੀ ਸਾਹਿਬ ਪਹੁੰਚੇ ਅੱਜ। ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਹੋਈ, ਉਹਨਾਂ ਦੇ ਨਿਰਦੇਸ਼ ਸੀਗੇ ਵੀ ਡੀਜੀਪੀ ਜਾਣ, ਨੁਮਾਇੰਦਗੇ ਜਾ ਕੇ ਗੱਲ ਕਰਨ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਾਉਣ। ਚਲੋ, ਉਹ ਤੁਸੀਂ ਦੇਖ ਹੀ ਲਿਆ ਸਾਰਾ ਕੁਝ। ਇਹ ਫੋਰਮਾਂ ਦੀ ਪਾਲਿਸੀ ਨਹੀਂ ਹੈਗੀ ਮੈਡੀਕਲ ਵਾਲੀ। ਔਰ ਜੇਕਰ ਸਰਕਾਰ ਸਮਝਦੀ ਆ ਵੀ ਇਹ ਅੰਦੋਲਨ ਜਿਹੜਾ ਵਾ ਉਹ ਪੀਸਫੁਲੀ ਰਹੇ, ਡੱਲੇਵਾਲ ਸਾਹਿਬ ਦੀ ਉਹਨਾਂ ਨੂੰ ਚਿੰਤਾ ਵਾ, ਤੇ ਅਸੀਂ ਉਹੀ ਗੱਲ